Good morning, dear students. Today we will discuss the new topic that is the endosperm. ਅਸੀਂ ਪਿਛਲੇ ਜਿਹੜੇ ਕਿ ਪ੍ਰੀਵੀਅਸ ਲੈਕਚਰ ਦੇ ਵਿੱਚ ਪੜ੍ਹ ਚੁੱਕੇ ਹਾਂ ਕਿ ਐਂਡੋਸਪਰਮ ਕਿਸ ਤਰੀਕੇ ਨਾਲ ਪਰਫਾਰਮ ਅਪ ਹੁੰਦਾ ਹੈਗਾ। ਇਟ ਇਜ਼ ਪਰਫਾਰਮਡ ਵਿਦ ਦਾ ਟ੍ਰਿਪਲ ਫਿਊਜ਼ਨ। ਟ੍ਰਿਪਲ ਫਿਊਜ਼ਨ ਨਾਲ ਹੁੰਦਾ ਜਦੋਂ ਇੱਕ ਮੇਲ ਗੈਮੀਟ ਕੀ ਆ ਸੈਂਟਰਲ ਸੈੱਲ ਦੇ ਸੈਕੰਡਰੀ ਨਿਊਕਲੀਅਸ ਦੇ ਨਾਲ ਜਦੋਂ ਆਪਾਂ ਕਹਿੰਦੇ ਕਿ ਜੁਆਇਨ ਅਪ ਕਰਦਾ ਹੈਗਾ ਦੈਟ ਪਰਫਾਰਮ ਅ ਟ੍ਰਿਪਲਾਇਡ ਸਟਰਕਚਰ। ਟ੍ਰਿਪਲਾਇਡ ਸਟਰਕਚਰ ਪਰਫਾਰਮ ਕਰਦਾ ਹੈ that is known as the endosperm। तो उस जी फर्टिलाइजेशन असीं कि वैजीटेटिव फर्टिलाइजेशन कहने हैं तो वैजीटेशन तो क्लीयर है कि दैट इज़ अ फूड लैडन टिशू, लेकिन ये जी फॉर्मेशन होंगी हैगी एम्ब्रियो तो पहला होंगी है क्योंकि इसने कि एम्ब्रियो को क्या फूड जड़ा कि प्रोवाइड अप करना है। सो असीं कह सकते हैं कि एंडोस्पर्म इज़ अ फूड लैडन टिशू विच प्रोवाइड नरिशमेंट टू द एम्ब्रियो ਦੀ ਨਰਿਸ਼ਮੈਂਟ ਦੈਟ ਕਨਵਰਟਡ ਇਨਟੂ ਅ ਸੀਡ ਜਿਹੜਾ ਕਹਿੰਦਾ ਕਿ ਉਹਨੂੰ ਕਿ ਸੀਡ ਦੇ ਬਦਲਣ ਦੇ ਵਿੱਚ ਜਿਹੜਾ ਕੀ ਆ ਹੈਲਪ ਕਰਦਾ, ਇੱਕ ਨਵੀਂ ਸਟਰਕਚਰ ਨੂੰ ਪਰਫਾਰਮ ਕਰਨ ਦੇ ਵਿੱਚ ਕੀ ਆ ਰੋਲ ਪਲੇ ਕਰਦਾ ਹੈਗਾ। ਜੇ ਬੇਟਾ ਆਪਾਂ ਕਿ ਉਹਦੀ ਸਟਰਕਚਰ ਦੇਖੀਏ ਕਿ ਆ ਸਟਰਕਚਰ ਦੇ ਅਕੋਰਡਿੰਗ ਕੀ ਐਂਡੋਸਪਰਮ ਦੈਟ ਇਜ਼ ਆਫ ਦਾ 3 ਟਾਈਪਸ, 3 ਤਰ੍ਹਾਂ ਦਾ ਹੁੰਦਾ ਹੈਗਾ। ਸਭ ਤੋਂ ਪਹਿਲਾਂ ਹੈਗਾ ਨਿਊਕਲੀਅਰ ਐਂਡੋਸਪਰਮ। ਡਾਇਗਰਾਮਸ ਤੋਂ ਧਿਆਨ ਨਾਲ ਦੇਖੋ ਕਿ ਨਿਊਕਲੀਅਰ ਐਂਡੋਸਪਰਮ ਦੇ ਵਿੱਚ ਕੀ ਆ ਇਹ ਆਪਣੇ ਕੋਲੇ ਕੀ ਹੈਗਾ ਦੈਟ ਇਜ਼ ਅ ਜਾਈਗੋਟ। ਜਾਈਗੋਟ ਆ ਜਿਹੜਾ ਕਿਹਦੇ ਦੁਆਰਾ ਬਣਿਆ ਸੀਗਾ, ਇੱਕ ਜਿਹੜਾ ਆਪਣੇ ਕੋਲੇ ਸੀਗਾ ਮੇਲ ਗੈਮੀਟ ਸੀਗਾ ਤੇ ਇੱਕ ਜਿਹੜਾ ਕੀ ਸੀਗਾ ਐਗ ਸੀਗਾ। ਐਗ ਆਪਰੇਟਸ ਦੇ ਅੰਦਰ ਸੈਂਟਰ ਵਾਲਾ ਜਿਹੜਾ ਕਿ ਸੈੱਲ ਪ੍ਰੈਜ਼ੈਂਟ ਸੀਗਾ ਦੈਟ ਪਰਫਾਰਮ ਅ ਡਿਪਲਾਇਡ ਸਟਰਕਚਰ। ਤੇ ਡਿਪਲਾਇਡ ਸਟਰਕਚਰ ਕਿਹਦੇ ਵਿੱਚ ਕਨਵਰਟ ਹੋ ਗਈ ਜਾਈਗੋਟ ਦੇ ਵਿੱਚ। ਜਦੋਂ ਇਹਦੇ ਵਿੱਚ ਕੀ ਆਪਾਂ ਕਹਿੰਦੇ ਹੈਗੇ ਕਿ ਮਾਈਟੋਟਿਕ ਡਿਵੀਜ਼ਨ ਪਰਫਾਰਮ ਅਪ ਹੁੰਦੀਆਂ ਨੇ ਦੈਟ ਇਜ਼ ਕਨਵਰਟਡ ਇਨਟੂ ਜਿਹੜਾ ਸਾਈਟੋਪਲਾਜ਼ਮ ਹੈ ਦੈਟ ਇਜ਼ ਕਨਵਰਟਡ ਇਨਟੂ ਅ ਨੰਬਰ ਆਫ ਨਿਊਕਲੀਆਈਜ਼। नंबर ऑफ न्यूक्लियस ਦੇ ਵਿੱਚ ਕਨਵਰਟ ਹੁੰਦਾ ਔਰ ਛੋਟੇ ਛੋਟੇ ਕੀ ਵੈਕਿਊਲਸ ਜਿਹੜੇ ਕਿ ਇਹਦੇ ਅੰਦਰ ਕੀ ਆ ਅਪੀਅਰ ਅਪ ਹੁੰਦੇ ਹੈਗੇ। ਉਸ ਤੋਂ ਬਾਅਦ ਕਿ ਇਹ ਵੈਕਿਊਲਸ ਕੀ ਆ ਕਲੈਕਟਿਵਲੀ ਕੰਬਾਈਨ ਕਰਕੇ ਸੈਂਟਰਲ ਵੈਕਿਊਲਸ ਪਰਫਾਰਮ ਕਰ ਦਿੰਦੇ ਹੈਗੇ। ਜਦੋਂ ਵੈਕਿਊਲ ਕੇ ਸੈਂਟਰ ਦੇ ਵਿੱਚ ਵੀ ਅਪੀਅਰ ਅਪ ਹੋ ਜਾਂਦਾ ਹੈਗਾ ਤਾਂ ਸਾਈਟੋਪਲਾਜ਼ਮ ਕੰਟੇਨਿੰਗ ਨਿਊਕਲੀਅਸ ਉਹ ਸਾਈਟੋਪਲਾਜ਼ਮ ਜਿਹਦੇ ਵਿੱਚ ਕੀ ਆਪਾਂ ਕਹਿੰਦੇ ਨੰਬਰ ਆਫ ਨਿਊਕਲੀਆਈ ਪ੍ਰੈਜ਼ੈਂਟ ਸੀਗੇ ਦੈਟ ਗੋਜ਼ ਟੂ ਪੈਰੀਫਰੀ ਸਾਈਡ ਦੇ ਉੱਪਰ ਜਿਹੜੇ ਕਿ ਚਲੇ ਜਾਂਦੇ ਨੇ ਜਿਹਦੇ ਕਰਕੇ ਕਿ ਇੱਕ ਨਵੀਂ ਸਟਰਕਚਰ ਜਿਹੜੀ ਕਿ ਅਪੀਅਰ ਅਪ ਹੁੰਦੀ ਹੈਗੀ। ਲੇਕਿਨ ਜਿਵੇਂ ਜਿਵੇਂ ਸਾਈਟੋਪਲਾਜ਼ਮ ਕੀ ਹੈ ਥਿਕ ਹੁੰਦਾ ਹੈਗਾ ਉਵੇਂ ਉਵੇਂ ਕੀ ਆ ਥੀਸ ਨਿਊਕਲੀਆਈਜ਼ ਆਰ ਕਨਵਰਟਡ ਇਨਟੂ ਅ ਸੈਲਸ ਦੇ ਵਿੱਚ ਕਨਵਰਟ ਹੁੰਦੇ ਨੇ ਤੇ ਜਿਹੜਾ ਵੈਕਿਊਲ ਆ ਉਹ ਸੈਂਟਰ ਦੇ ਵਿੱਚੋਂ ਕੀ ਆ ਡਿਸਅਪੀਅਰ ਅਪ ਹੋ ਜਾਂਦਾ ਹੈਗਾ ਜਿਹਦੇ ਕਰਕੇ ਕੀ ਆ ਐਂਡੋਸਪਰਮ ਦੀ ਸਟਰਕਚਰ ਜਿਹੜੀ ਕੀ ਆ ਦੈਟ ਇਜ਼ ਫੂਡ ਲੈਡਨ ਟਿਸ਼ੂ ਜਿਹਦੇ ਵਿੱਚ ਆਪਣੇ ਕੋਲੇ ਕੀ ਸੈਲਸ टिश्यूज़ की स्ट्रक्चर परफॉर्म अप होती है जिन्हों असीं क्या एंडोस्पर्म कहने हैं। ये स्ट्रक्चर जी मेज वीट ते राइस के प्रेजेंट होंगी है। लेकिन अगर बेटा असीं क्या कोकोनट की गल करिए तो कोकोनट दे विच किहड़ा सेंट्रल वैक्यूल आ वो डिसअपीयर अप नहीं हुंदा हैगा। लेकिन आही जिहड़े अपने कोले क्या थिकन जिहड़ा साइटोप्लाज्म है कंटेनिंग न्यूक्लियाई दैट इज कन्वर्टेड इनटू द टिश्यूज़ दे विच कन्वर्ट हो जाता ਤੇ ਸੈਂਟਰ ਦੇ ਵਿੱਚ ਜਿਹੜਾ ਵੈਕਿਊਲ ਆ ਐਸ ਸੱਚ ਅਪੀਅਰ ਅਪ ਹੁੰਦਾ ਹੈਗਾ ਜਿਹਦੇ ਅੰਦਰ ਅਸੀਂ ਕਹਿੰਦੇ ਕਿ ਕੋਕੋਨਟ ਮਿਲਕ ਪ੍ਰੈਜ਼ੈਂਟ ਹੁੰਦਾ ਹੈਗਾ। ਜਿਹੜਾ ਕੋਕੋਨਟ ਮਿਲਕ ਹੈ ਉਹਨੂੰ ਅਸੀਂ એનર્ਜੀ ਡਰਿੰਕ ਕਹਿੰਦੇ ਹੈਗੇ ਕਿਉਂਕਿ ਉਹਦੇ ਵਿੱਚ ਕੀ ਨੰਬਰ ਆਫ ਮਿਨਰਲਸ ਵਿਟਾਮਿਨ ਜਿਹੜੇ ਕੀ ਪ੍ਰੈਜ਼ੈਂਟ ਅਪ ਹੁੰਦੇ ਹੈਗੇ ਨੇ। ਜਿੰਨੇ ਵੀ ਆਪਾਂ ਕਹਿੰਦੇ ਹੈਗੇ ਕਿ ਸਿੱਖ ਪੀਪਲ ਹੁੰਦੇ ਹੈਗੇ ਨੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਆਪਾਂ ਕਹਿੰਦੇ ਕਿ ਸਲਾਹ ਦਿੱਤੀ ਜਾਂਦੀ ਹੈਗੀ ਆ ਇਹ ਜਿਹੜਾ એનર્ਜੀ ਡਰਿੰਕ ਹੈਗਾ ਕੋਕੋਨਟ ਮਿਲਕ ਜਿਹੜਾ ਕਿ ਉਸਨੂੰ ਪੀਣ ਦੀ क्यों क्योंकि ये आप कहने बहुत ज़्यादा एनर्जी प्रेजेंट होंगी हैगी। दूसरी बड़ा टाइप हैगी अपने को सैलूलर तो क्लीयर है कि सैल्स जिहदे की होंदा हैगा कि जिहड़ा वन अपने को ओस्फीयर आ दैट इज कन्वर्टेड इनटू द 2 सैल्स डिवाइड करता है 2 सैल दे विच कन्वर्ट होंदा हैगा। यही स्ट्रक्चर अपीयर अप होंदी हैगी जिहदे विच आपां कहंदे हैगे कि नंबर ऑफ न्यूक्लियस होंदे हैगे ने और नाल दी नाल क्या वैक्यूल्स अपीयर अप होंदे हैगे। लेकिन ये क्या जोड़े वैक्यूल्स ने वो कहता कि जो डीजनरेट कर जाते हैं ओनली सैल्स कन्वर्टेड इनटू नंबर ऑफ सैल्स विच कन्वर्ट होकर कि एक साढ़े को टिशू की स्ट्रक्चर परफॉर्म करते हैं जिन्होंने असीं क्या सैलूलर एंडोस्पर्म कहते हैं। ये आम तौर पर कि बैल्सम के दतूरा ते पटूनिया के प्रेजेंट होंदा है। तीसरी बेटा अपने को स्ट्रक्चर है फिलोबियल दैट इज द इंटरमीडिएट दोनों का इंटरमीडिएट आ न्यूक्लियर एंडोस्पर्म का भी ते नाल दी नाल के सैलूलर एंडोस्पर्म का। कहने का मतलब कि दोनों ही स्ट्रक्चर कि परफॉर्म अप होंगे। सब तो पहला है कि सिंगल अपने को जाइगोट आ
दैट इज डिवाइडेड इनटू द टू अनइक्वल सैल्स। दो अनइक्वल सैल ਦੇ ਵਿੱਚ ਕਨਵਰਟ ਹੁੰਦਾ ਹੈਗਾ। वन इज द लार्जर दैट इज टूवर्ड्स द माइक्रोपाइलर, अनदर इज द स्मॉलर दैट इज टूवर्ड द ਚਲਾਜ਼ਲ एंड। ਇਹਨਾਂ ਵਿੱਚ ਉਸੇ ਤਰੀਕੇ ਨਾਲ ਕੀ ਹੈ, ਕਿਹੜੀ ਸਟਰਕਚਰ ਸਭ ਤੋਂ ਪਹਿਲਾਂ ਅਪੀਅਰ ਅਪ ਹੁੰਦੀ ਹੈਗੀ ਆ, ਨਿਊਕਲੀਅਰ ਐਂਡੋਸਪਰਮ ਦੀ, ਜਿਹਦੇ ਵਿੱਚ ਕੀ ਹੈ ਸੈਂਟਰ ਦੇ ਵਿੱਚ ਕੀ ਆ ਵੈਕਿਊਲ ਅਪੀਅਰ ਅਪ ਹੋ ਜਾਂਦਾ ਹੈਗਾ, ਔਰ ਸਾਈਡ ਦੇ ਉੱਪਰ ਕਿਹੜਾ ਸਾਈਟੋਪਲਾਜ਼ਮ ਕੰਟੇਨਿੰਗ ਨਿਊਕਲੀਆਈ ਆ ਉਹ ਪੈਰੀਫਰੀ ਚਲਾ ਜਾਂਦਾ ਹੈਗਾ। ਹੌਲੀ ਹੌਲੀ ਜਿਹੜਾ ਆਪਣੇ ਕੋਲੇ ਕੀ ਹੁੰਦਾ ਹੈਗਾ ਕਿ ਜਿਹੜਾ ਸੈਂਟਰਲ ਵੈਕਿਊਲ ਹੈ ਡਿਸਅਪੀਅਰ ਅਪ ਹੋ ਜਾਂਦਾ ਹੈਗਾ, ਤੇ ਕੀ ਅਪੀਅਰ ਅਪ ਹੁੰਦਾ ਹੈਗਾ, ਟਿਸ਼ੂ ਦੀ ਸਟਰਕਚਰ ਅਪੀਅਰ ਅਪ ਹੁੰਦੀ ਹੈਗੀ ਆ, ਜਿਹਨੂੰ ਅਸੀਂ ਕੀ ਆ ਐਂਡੋਸਪਰਮ ਕਹਿੰਦੇ ਹੈਗੇ। ਤਾਂ ਪਹਿਲਾਂ ਇਹਦੇ ਵਿੱਚ ਸਟਰਕਚਰ ਕਿਹੜੀ ਅਪੀਅਰ ਅਪ ਹੁੰਦੀ ਹੈਗੀ ਆ, ਸੈਲੂਲਰ ਵਾਲੀ, ਉਸ ਤੋਂ ਬਾਅਦ ਕਿਹੜੀ ਅਪੀਅਰ ਅਪ ਹੁੰਦੀ ਹੈਗੀ ਆ, ਨਿਊਕਲੀਅਰ ਐਂਡੋਸਪਰਮ ਵਾਲੀ, ਔਰ ਅਖੀਰ ਦੇ ਉੱਪਰ ਕੀ ਹੈ ਸਿਮਿਲਰ ਟਾਈਪ ਦਾ ਐਂਡੋਸਪਰਮ ਜਿਹੜਾ ਕੀ ਆ ਅਪੀਅਰ ਅਪ ਹੁੰਦਾ ਹੈਗਾ। ਇਹ ਆਮ ਤੌਰ ਤੇ ਬੇਟਾ ਐਸਫੋਡੇਲਸ ਦੇ ਵਿੱਚ ਜਿਹੜਾ ਕੀ ਆ ਪਾਇਆ ਜਾਂਦਾ ਹੈਗਾ। ਨੈਕਸਟ ਹੈ ਬੇਟਾ ਆਪਣੇ ਕੋਲ ਫੇਟ ਆਫ ਐਂਡੋਸਪਰਮ। ਇਹ ਐਂਡੋਸਪਰਮ ਤੋਂ ਕੀ ਬਣਦਾ ਹੈਗਾ, ਜਦੋਂ ਐਂਡੋਸਪਰਮ ਜਿਹੜਾ ਆਪਾਂ ਕਹਿੰਦੇ ਹੈਗੇ ਆ ਕੀ ਆ ਪ੍ਰੋਪਰ ਜਿਹੜਾ ਕੀ ਆ ਖਾ ਲਿਆ ਜਾਂਦਾ ਹੈ, ਈਟ ਅਪ ਕਰ ਲਿਆ ਜਾਂਦਾ ਹੈਗਾ, ਜਾਂ ਆਪਣੀ ਵੈਜੀਟੇਸ਼ਨ ਜਿਹੜੀ ਕਿ ਪ੍ਰੋਵਾਈਡ ਕਰ ਦਿੰਦਾ ਹੈਗਾ ਐਮਬਰੀਓ ਨੂੰ। ਤਾਂ ਸਭ ਤੋਂ ਪਹਿਲਾਂ ਕੀ ਹੈਗਾ ਜਿਹੜਾ ਐਂਡੋਸਪਰਮ ਆ ਜਦੋਂ ਪਰਫਾਰਮ ਅਪ ਹੁੰਦਾ ਹੈਗਾ, ਸਭ ਤੋਂ ਪਹਿਲਾਂ ਕਹਿੰਦਾ ਕਿ ਕ੍ਰਸ਼ਿਸ ਦਾ ਨਿਊਸੈਲਸ। ਅਵਿਊਲ ਦੇ ਵਿੱਚ ਆਪਾਂ ਪੜਿਆ ਸੀ ਨਿਊਸੈਲਸ, ਸਭ ਤੋਂ ਪਹਿਲਾਂ ਕਿ ਨਿਊਸੈਲਸ ਨੂੰ ਜਿਹੜਾ ਕਿ ਕ੍ਰਸ਼ ਆਊਟ ਕਰ ਦਿੰਦਾ ਹੈਗਾ, ਨਿਊਸੈਲਸ ਨੂੰ ਜਿਹੜਾ ਕਿ ਖਤਮ ਕਰ ਦਿੰਦਾ ਹੈਗਾ। ਉਸ ਤੋਂ ਬਾਅਦ ਕੀ ਆ ਜਦੋਂ ਐਮਬਰੀਓ ਦੀ ਡਿਵੈਲਪਮੈਂਟ ਹੁੰਦੀ ਆ ਤਾਂ ਉਸ ਤੋਂ ਜਿਹੜੀ ਕਿ ਉਹਨੇ ਫੂਡ ਲੈਣਾ ਹੈਗਾ, ਤੇ ਜਦੋਂ ਕਹਿੰਦਾ ਕਿ ਐਮਬਰੀਓ ਦੀ ਡਿਵੈਲਪਮੈਂਟ ਹੁੰਦੀ ਆ ਤਾਂ ਐਮਬਰੀਓ ਐਂਡੋਸਪਰਮ ਨੂੰ ਖਾਣਾ ਸ਼ੁਰੂ ਕਰ ਦਿੰਦਾ। ਕਹਿਣ ਦਾ ਮਤਲਬ ਕੀ ਹੈ ਐਮਬਰੀਓ ਕੀ ਹੈ ਐਂਡੋਸਪਰਮ ਤੋਂ ਆਪਣਾ ਜਿਹੜਾ ਕਿ ਫੂਡ ਲੈਣਾ ਸ਼ੁਰੂ ਕਰ ਦਿੰਦਾ ਹੈਗਾ। ਅਗਰ ਤਾਂ ਜਿਹੜਾ ਕੀ ਆ ਐਮਬਰੀਓ ਆ ਉਹਦੇ ਅੰਦਰ ਕਹਿੰਦਾ ਕਿਹੜਾ ਕਿ ਐਂਡੋਸਪਰਮ ਐਸ ਸੱਚ ਪਰਸਿਸਟ ਹੋਵੇ। ਪਰਸਿਸਟ ਦਾ ਮਤਲਬ ਕੀ ਹੈ ਐਂਡੋਸਪਰਮ ਦੇ ਅੰਦਰ ਜਿਹੜਾ ਕਿ ਫੂਡ ਪ੍ਰੈਜ਼ੈਂਟ ਹੋਵੇ, ਤਾਂ ਉਹਨਾਂ ਅਸੀਂ ਸੀਡਸ ਨੂੰ ਕੀ ਐਂਡੋਸਪਰਮਿਕ ਸੀਡਸ ਕਹਿੰਦੇ ਹੈਗੇ। ਲੇਕਿਨ ਕਈ ਵਾਰੀ ਕੀ ਹੁੰਦਾ ਹੈਗਾ ਕਿਹੜਾ ਕਿ ਐਂਡੋਸਪਰਮ ਹੈ ਉਹਦਾ ਡੀਜਨਰੇਟ ਕਰ ਜਾਂਦਾ, ਲੇਕਿਨ ਜਿਹੜਾ ਕਿ ਫੂਡ ਸਟੋਰ ਹੁੰਦਾ ਹੈਗਾ ਕੋਟਿਲੀਡਨਸ ਦੇ ਅੰਦਰ ਹੁੰਦਾ ਹੈਗਾ। ਇਸ ਕਰਕੇ ਉਹ ਜਿਹੜਾ ਆਪਣੇ ਕੋਲੇ ਸੀਡ ਆ ਉਹਨਾਂ ਨੂੰ ਅਸੀਂ ਨੌਨ ਐਂਡੋਸਪਰਮਿਕ ਜਾਂ ਕੋਟਿਲਿਡਨਰੀ ਸੀਡਸ ਦਾ ਨਾਮ ਦਿੰਦੇ ਹੈਗੇ। ਨੈਕਸਟ ਬੇਟਾ ਆਪਣੇ ਕੋਲੇ ਐਮਬਰੀਓ ਦੀ ਸਟਰਕਚਰ ਤੇ ਡਿਵੈਲਪਮੈਂਟ। ਆਪਾਂ ਪਿਛਲੇ ਸਾਲ ਵੀ ਪੜ੍ਹਿਆ ਸੀਗਾ ਕਿ ਆਪਣੇ ਕੋਲੇ ਕੀ ਦੋ ਤਰ੍ਹਾਂ ਦੇ ਜਿਹੜੇ ਕਿ ਪਲਾਂਟਸ ਹੁੰਦੇ ਹੈਗੇ ਨੇ, ਡਾਈਕੌਟਸ ਤੇ ਮੋਨੋਕੌਟਸ। ਡਾਈਕੌਟਸ ਤੋਂ ਕਲੀਅਰ ਹੈ ਜਿਹਦੇ ਵਿੱਚ ਆਪਾਂ ਕਹਿੰਦੇ ਕਿ ਦੋ ਕੋਟਿਲਿਡਨਸ ਪ੍ਰੈਜ਼ੈਂਟ ਹੁੰਦੇ ਹੈਗੇ। डाई का मतलब दो, कॉर्ड्स का मतलब कि कॉटिलिडन्स। सब तो पहला अपने को लिखिया एम्ब्रियोजेनी इन द डाईकॉर्ड्स। कि डाईकॉर्ड्स के जो कि एम्ब्रियो किस तरीके ना परफॉर्म अप होंदा हैगा, किस तरीके ना उहदे विच पलम्यूल बनते हैं, किस तरीके ना उहदे विच जो कि रेडिकल्स बनते हैं। सब तो पहला हैगा अपने को जाइगोट। जाइगोट अपने को लिखिया जो मेल गैमीट है वो कहना कि ਜਿਹੜਾ कि फीमेल एग ਦੇ ਨਾਲ ਕੀ ਆ ਜੁਆਇਨ ਅਪ ਕਰਦਾ ਹੈਗਾ, दैट परफॉर्म अ डिप्लॉयड स्ट्रक्चर ਜਿਹਨੂੰ ਅਸੀਂ ਕੀ ਆ ਜਾਇਗੋਟ ਕਹਿੰਦੇ ਹੈਗੇ। ਸਭ ਤੋਂ ਪਹਿਲਾਂ ਕੀ ਆ ਜਾਇਗੋਟ ਦੇ ਵਿੱਚ ਕੀ ਆ ਮਾਈਟੋਟਿਕ ਡਿਵੀਜ਼ਨ ਹੁੰਦੀ ਹੈ, दैट इज कन्वर्टेड इनटू द टू सेल्स। ਜਿਹੜਾ ਉੱਪਰਲਾ ਸੈੱਲ ਹੁੰਦਾ दैट इज द सस्पेंसर सेल, नीचे वाला ਜਿਹੜਾ ਸੈੱਲ ਹੁੰਦਾ दैट इज द एम्ब्रियो सेल। ਜਿਹੜਾ सस्पेंसर सेल आ दैट इज डिवाइडेड माइटोटिकली मैनी टाइम्स, काफ़ी टाइम जोड़ा कि डिवाइड अप करता है, जिहदे विचों कि सब तो जोड़ा कि टर्मीनल सैल आ दैट इज लार्जर इन साइज, जिन्होंने कि हिस्टोरियल सैल कहा जाता है। और उस तो बाद कि सब तो जोड़ा कि टर्मीनल सब तो खीर वाला जोड़ा सैल हुंदा है सस्पेंसर सैल का, दैट इज नोन एज द हाइपोफाइसिस सैल, जोड़ा अगे जाके कि रेडिकल दे विच रूट दे विच जोड़ा कि कन्वर्ट हुंदा है। उस तो बाद बेटा की हुंदा है सस्पेंसर सैल जो डिवाइड करता दैट इज डिवाइडेड इनटू 6 to 10 सैल्स, 6 तो लैके 10 सैल दे विच क्या ही सस्पेंसर सैल जोड़ा कि डिवाइड अप करता है। और जो सब तो नीचे वाला जोड़ा कि सैल हुंदा है दैट इज कन्वर्टेड इनटू द पहला वर्टिकली डिवाइड करता, फिर कहते ट्रांसवर्सली डिवाइड करता। जो वर्टिकली डिवाइड करता है दैट परफॉर्म आ क्वाड्रेट, क्वाड्रेट का मतलब कि 4 सैल जोड़े कि परफॉर्म अप करता है। जो ट्रांसवर्सली जोड़ा कि डिवाइड करता है दैट परफॉर्म आ ऑक्टेंट स्टेज, टायर लाइक स्ट्रक्चर परफॉर्म करते हैं, जिहदे आप कहने कि 8 सैल जोड़े कि अपीयर अप करते हैं। और यही जोड़े कि 8 सैल है नंबर ऑफ टाइम जोड़े कि डिवाइड अप करते हैं उस टायर की जी सब तो आप कहने कि आउटर मोस्ट सैल लेयर हैगी दैट परफॉर्म आ डरमैटोजन, जिन्होंने डरमैटोजन कहने हैं।
ਜਿਹੜੀ ਅੱਗੇ ਜਾ ਕੇ ਕੀ ਆ ਕਿਸੇ ਵੀ ਆਪਾਂ ਕਹਿੰਦੇ ਕੀ ਆ ਸੀਡ ਦੀ ਕਿਸੇ ਵੀ ਪਲਾਂਟ ਦੀ ਸਭ ਤੋਂ ਆਊਟਰਮੋਸਟ ਲੇਅਰ ਐਪੀਡਰਮਿਸ ਜਿਹੜੀ ਕੀ ਆ ਪਰਫਾਰਮ ਅਪ ਕਰਦੀ ਹੈਗੀ ਉਸ ਤੋਂ ਜਿਹੜੀ ਅਗਲੀ ਜਿਹੜੀ ਕੀ ਲੇਅਰ ਹੁੰਦੀ ਹੈ ਟਾਇਰ ਦੀ ਦੈਟ ਪਰਫਾਰਮ ਦਾ ਗਰਾਊਂਡ ਮੈਰੀਸਟੈਮ। ਤਾਂ ਗਰਾਊਂਡ ਮੈਰੀਸਟੈਮ ਕੀ ਪਰਫਾਰਮ ਕਰਦਾ ਹੈਗਾ ਵੈਸਕੂਲਰ ਸਟ੍ਰੈਂਡ। ਵੈਸਕੂਲਰ ਸਟ੍ਰੈਂਡ ਦਾ ਮਤਲਬ ਕੀ ਆ ਜ਼ਾਈਲਮ ਐਂਡ ਫਲੋਇਮ। ਜਿਹੜਾ ਸੈਂਟਰ ਵਾਲਾ ਹੈਗਾ ਦੈਟ ਪਰਫਾਰਮ ਦਾ ਪ੍ਰੋਕੈਂਬੀਅਮ ਜਿਹੜਾ ਕੀ ਆ ਪਿੱਤ ਤੇ ਕਾਰਟੈਕਸ ਨੂੰ ਆਪਾਂ ਕਹਿੰਦੇ ਕੀ ਆ ਪਰਫਾਰਮ ਅਪ ਕਰਦਾ ਹੈਗਾ। ਜਦੋਂ ਬੇਟਾ ਕੀ ਆ ਇਹ ਸਟਰਕਚਰ ਅਪੀਅਰ ਅਪ ਹੁੰਦੀ ਹੈਗੀ ਆ ਤਾਂ ਉਸ ਦੇ ਦੌਰਾਨ ਕਹਿੰਦਾ ਕੀ ਆ ਇਹ ਇੱਕ ਹਾਰਟ ਸ਼ੇਪ ਸਟਰਕਚਰ ਹੁੰਦੀ ਹੈਗੀ ਜਿਹਦੇ ਵਿੱਚ ਆਪਾਂ ਕਹਿੰਦੇ ਜਿਹੜੇ ਕਿ ਕੋਟਿਲੀਡਨਸ ਹੁੰਦੇ ਨੇ ਉਹ ਹਾਰਟ ਦੀ ਜਿਹੜੀ ਕਿ ਸ਼ੇਪ ਅਪੀਅਰ ਅਪ ਕਰਦੇ ਨੇ ਔਰ ਪਲਮਿਊਲ ਆ ਬਿਲਕੁਲ ਜਿਹੜਾ ਆਪਾਂ ਕਹਿੰਦੇ ਕਿ ਡਿਮਿਨਿਸ਼ਿੰਗ ਫਾਰਮ ਦੇ ਵਿੱਚ ਬਿਲਕੁਲ ਆਪਾਂ ਕਹਿੰਦੇ ਘੱਟ ਦਿਖਾਈ ਦਿੰਦਾ ਹੈਗਾ। ਲੇਕਿਨ ਸੈਂਟਰ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਹੈਗੇ ਆ ਕਿ ਇੱਕ ਮਾਰਕ ਦੇ ਤੌਰ ਦੇ ਉੱਪਰ ਜਿਹੜਾ ਕੀ ਦਿਖਾਈ ਦਿੰਦਾ ਹੈਗਾ ਦੈਟ ਇਜ਼ ਨੋਨ ਐਜ਼ ਦਾ ਪਲਮਿਊਲ। ਔਰ ਆਪਣੇ ਕੋਲੇ ਹੈਗੇ ਆ ਸਸਪੈਂਸਰ ਸੈੱਲ। ਸਸਪੈਂਸਰ ਦੇ ਸਭ ਤੋਂ ਲਾਸਟ ਵਾਲਾ ਸੈੱਲ ਦੈਟ ਪਰਫਾਰਮ ਦਾ ਰੈਡੀਕਲ। ਜਦੋਂ ਬੇਟਾ ਇਹਦੇ ਵਿੱਚ ਆਪਾਂ ਕਹਿੰਦੇ ਹੈਗੇ ਕਿ ਡਿਵੈਲਪਮੈਂਟ ਹੁੰਦੀ ਆ that is converted into a embryo। ਉਸ ਐਮਬਰੀਓ ਦੇ ਵਿੱਚ ਕੀ ਆ ਕਨਵਰਟ ਹੁੰਦਾ ਹੈਗਾ ਜਿਹਦੇ ਵਿੱਚ ਕੀ ਆ ਪ੍ਰੋਪਰਲੀ ਸਟਰਕਚਰ ਅਪੀਅਰ ਅਪ ਹੋ ਜਾਂਦੀ ਹੈਗੀ ਆ। ਉਸ ਦੇ ਵਿੱਚ ਕੀ ਅਪੀਅਰ ਅਪ ਹੁੰਦਾ ਹੈਗਾ ਪਲਮਿਊਲ। ਪਲਮਿਊਲ ਕੇ ਜਿਹਨੂੰ ਅਸੀਂ ਕੀ ਫਿਊਚਰ ਸਟੈਮ ਦਾ ਨਾਮ ਦਿੰਦੇ ਹੈਗੇ। ਉਸ ਤੋਂ ਬਾਅਦ ਕੀ ਐਪੀਕੋਟਾਈਲ। ਐਪੀਕੋਟਾਈਲ ਦਾ ਮਤਲਬ ਕਿ ਜਿਹੜੀ ਆਹ ਸਟਰਕਚਰ ਹੈਗੀ ਆ ਇਹ ਆਪਣੇ ਕੋਲੇ ਕੀ ਹੈਗਾ ਕੋਟਿਲਿਡਨਰੀ ਐਕਸਿਸ ਜਿੱਥੋਂ ਕੋਟਿਲਿਡਨ ਨੇ ਕੀ ਆ ਰਾਈਜ਼ ਅਪ ਕਰਨਾ ਹੈਗਾ। ਤਾਂ ਕੋਟਿਲਿਡਨ ਤੇ ਪਲਮਿਊਲ ਦੋਨਾਂ ਦੇ ਵਿਚਕਾਰ ਜਿਹੜੇ ਕਿ ਡਿਸਟੈਂਸ ਨੂੰ ਕਿਹਾ ਐਪੀਕੋਟਾਈਲ ਕਿਹਾ ਜਾਂਦਾ ਹੈਗਾ। ਦੂਸਰੀ ਸਾਈਡ ਦੇ ਵਿੱਚ ਕੋਟਿਲਿਡਨ ਜਿਹੜਾ ਐਕਸਿਸ ਆ ਉਹਦੇ ਤੇ ਰੈਡੀਕਲ ਦੋਨਾਂ ਦੇ ਵਿਚਕਾਰ ਜਿਹੜੇ ਕਿ ਡਿਸਟੈਂਸ ਨੂੰ ਕੀ ਹਾਈਪੋਕੋਟਾਈਲ ਕਿਹਾ ਜਾਂਦਾ ਹੈਗਾ। ਹੁਣ ਇਹ ਸਟਰਕਚਰ ਆਪਣੇ ਕੋਲੇ ਕੀ ਹੈਗੀ ਆ ਕਰਵਡ ਫਾਰਮ ਦੇ ਵਿੱਚ ਜਿਹਦੇ ਵਿੱਚ ਜਿਹੜੇ ਕੋਟਿਲਿਡਨਸ ਨੇ ਉਹ ਜਿਹੜੇ ਕਿ ਮੁੜੇ ਹੋਏ ਹੈਗੇ ਨੇ। ਤਾਂ ਆਪਾਂ ਕਹਿੰਦੇ ਕਿ ਜੋ ਵੀ ਆਪਣੇ ਕੋਲੇ ਸਟਰਕਚਰ ਹੁੰਦੀ ਹੈਗੀ ਆ ਐਮਬਰੀਓ ਦੀ ਤਾਂ ਉਹ ਸਟਰਕਚਰ ਕਿਹਦੇ ਉੱਪਰ ਡਿਪੈਂਡ ਕਰਦੀ ਹੈਗੀ ਆ ਓਵਿਊਲ ਦੀ ਸਟਰਕਚਰ ਦੇ ਉੱਪਰ। ਤੇ ਐਗਜ਼ਾਮਪਲ ਦਿੱਤੀ ਹੋਈ ਹੈ ਆਪਣੇ ਕੋਲ ਕੈਪਸਿਲਾ ਬਰਸਾ ਦੀ ਜਿਹਦੇ ਵਿੱਚ ਜਿਹੜਾ ਓਵਿਊਲ ਹੈ ਉਹ ਕਰਵਡ ਫਾਰਮ ਦੇ ਵਿੱਚ ਹੈਗਾ ਜਿਹਦੇ ਕਰਕੇ ਕਹਿੰਦਾ ਕਿ ਸਾਡੇ ਕੋਲੇ ਕੋਟਿਲਿਡਨਰੀ ਕੀ ਆ ਕਰਵਡ ਫਾਰਮ ਦੇ ਵਿੱਚ ਜਿਹੜੇ ਕੀ ਆ ਮੁੜੇ ਹੋਏ ਹੈਗੇ। ਥੈਂਕ ਯੂ ਬੇਟਾ।